ਪਿਆਰੇ ਦਰਸ਼ਕੋ, ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਤੇ ਅੱਜ ਆਪਾਂ ਆਪਣੀ ਗੱਲਬਾਤ ਦਾ ਵਿਸ਼ਾ ਹੋਵੇਗਾ ਕਰੋਨਾ ਮਹਾਮਾਰੀ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਿਰੰਤਰ ਫੈਲ ਰਿਹਾ ਕਰੋਨਾ। ਹਿੰਦੁਸਤਾਨ ਦੇ ਵਿੱਚ ਇਸ ਦੀ ਦੂਜੀ ਲਹਿਰ ਜੋ ਕਿ ਬਹੁਤ ਹੀ ਤੇਜ਼ੀ ਨਾਲ ਮਹਾਨਗਰਾਂ ਤੋਂ ਸ਼ਹਿਰਾਂ ਤੋਂ ਪਿੰਡਾਂ ਵੱਲ ਵੱਧ ਰਹੀ ਹੈ। ਅਤੇ ਹੁਣ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਕਰੋਨਾ ਫੈਲ ਰਿਹਾ ਹੈ। ਇਸ ਦੇ ਨਾਲ ਹੀ ਇਸ ਦੇ ਬਚਾਅ ਦੇ ਵਿਗਿਆਨਕ ਔਰ ਗੈਰ ਵਿਗਿਆਨਕ ਇਲਾਜ ਪ੍ਰਣਾਲੀਆਂ ਸਾਡੇ ਸਾਰਿਆਂ ਦੇ ਹੀ ਚਰਚਾ ਦੇ ਵਿੱਚ ਹਨ। ਅਤੇ ਇਹਦੇ ਉੱਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਹਾਜ਼ਰ ਨੇ ਸਾਡੇ ਨਿਊਜ਼ ਕੋਆਰਡੀਨੇਟਰ ਸਰਦਾਰ ਹਮੀਰ ਸਿੰਘ ਜੀ। ਅਤੇ ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਜੀ ਸ਼ੁਕਰੀਆ। ਅਤੇ ਜਦੋਂ ਕਰੋਨਾ ਮਹਾਮਾਰੀ ਇੱਕ ਇਲਾਜ ਤੋਂ ਸਰਕਾਰ ਦਾ ਮਤਲਬ ਸਾਰਾ ਹੀ ਸਿਸਟਮ ਹੈ ਜਿਹੜਾ ਇਸ ਦੇ ਅੱਗੇ ਬੇਵੱਸ ਹੋਇਆ ਪਿਆ, ਸਮਾਜ ਵੀ। ਅਤੇ ਕਈ ਵਾਰੀ ਲੋਕਾਂ ਨੂੰ ਇਹ ਵੀ ਲੱਗਦਾ ਹੈ ਵੀ ਕਰੋਨਾ ਹੈ ਜਾਂ ਨਹੀਂ ਹੈ, ਪਰ ਹੁਣ ਇਹ ਗੱਲ ਤਾਂ ਮੰਨੀ ਹੀ ਜਾ ਰਹੀ ਹੈ ਕਿ ਕਰੋਨਾ ਵਾਕਿਆ ਹੀ ਬਹੁਤ ਹੀ ਗੰਭੀਰ ਰੋਗ ਹੈ ਅਤੇ ਸੈਂਕੜੇ ਲੋਕ ਇਸ ਦੀ ਭੇਟ ਚੜ੍ਹ ਰਹੇ ਨੇ। ਦੇਸ਼ ਦੇ ਵਿੱਚ ਨਦੀਆਂ ਦੇ ਕੰਢੇ ਹੋਰ ਇੱਧਰ ਉੱਧਰ ਲਾਸ਼ਾਂ ਦੀ ਜਿਹੜੀ ਬੇਰੁਮਤੀ ਹੋ ਰਹੀ ਹੈ, ਬਹੁਤ ਹੀ ਪਰੇਸ਼ਾਨੀ ਦਾ ਕਾਰਨ ਹੈ। ਅਤੇ ਤੁਸੀਂ ਮੈਨੂੰ ਇਹ ਗੱਲ 'ਤੇ ਜਾਣਕਾਰੀ ਦਿਓ ਅਤੇ ਪਿੰਡਾਂ ਦੇ ਵਿੱਚ ਸਰਕਾਰ ਦੇ ਕੀ ਪ੍ਰਬੰਧ ਨੇ? ਪੇਂਡੂ ਖੇਤਰ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਮਰੀਜ਼ ਜਿਹੜੇ ਸਾਹਮਣੇ ਆਉਣ ਲੱਗੇ ਨੇ, ਕਰੋਨਾ ਦੀ ਇਨਫੈਕਸ਼ਨ ਜਿਹੜੀ ਉਸ ਲੈਵਲ ਦੇ ਉੱਤੇ। ਔਰ ਸਭ ਤੋਂ ਬੜੀ ਗੱਲ ਤਾਂ ਇਹੀ ਹੈ ਕਿ ਬੜੇ ਲੰਮੇ ਸਮੇਂ ਤੋਂ ਹੀ ਕਰੋਨਾ ਦੇ ਬਾਰੇ 'ਚ ਡਰ ਅਤੇ ਸਹਿਮ ਜ਼ਿਆਦਾ ਫੈਲਾਇਆ ਜਾ ਰਿਹਾ। ਜਿੰਨੀ ਜਾਗਰੂਕਤਾ ਚਾਹੀਦੀ ਹੈ ਕਿ ਲੋਕ ਕਿਵੇਂ ਪਰਹੇਜ਼ ਰੱਖਣ, ਕਿਸ ਤਰੀਕੇ ਦੇ ਨਾਲ ਕਰਨ, ਉਹ ਘੱਟ ਹੈ। ਹੁਣ ਪੰਜਾਬ ਦੇ ਚੀਫ ਮਿਨਿਸਟਰ ਨੇ ਅੱਜ ਜਿਹੜੀ ਉਹ ਇੱਕ ਵਰਚੁਅਲ, ਜਿਵੇਂ ਉਹ ਕਹਿੰਦੇ ਆ, ਵੀਡੀਓ ਕਾਨਫਰੰਸਿੰਗ ਰਾਹੀਂ ਸਰਪੰਚਾਂ ਨਾਲ ਵੀ ਇੱਕ ਮੀਟਿੰਗ ਕੀਤੀ ਹੈ। ਸਰਪੰਚਾਂ ਨੂੰ ਇਹ ਕਿਹਾ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਦੇਖੋ, ਆਪਣੇ ਆਪਣੇ ਪਿੰਡਾਂ ਦੇ ਵਿੱਚ ਸੰਭਾਲ ਕਰੋ, ਕਿਸ ਤਰੀਕੇ ਦੇ ਨਾਲ ਕੰਟਰੋਲ ਕਰਨਾ ਹੈ, ਕਿਵੇਂ ਵੈਕਸੀਨ ਲਵਾਉਣ, ਕਿਵੇਂ ਟੈਸਟ ਕਰਾਉਣ, ਕਿਵੇਂ ਬਾਕੀ ਦੀਆਂ ਚੀਜ਼ਾਂ ਨੇ, ਇਹ ਸਾਰੀਆਂ ਚੀਜ਼ਾਂ ਨੇ। ਔਰ ਲੱਗਦਾ ਇਹ ਹੈ ਕਿ ਜਿਹੜੇ ਸਰਪੰਚ ਵੀ ਨਾਰਮਲੀ ਬਿਠਾਏ ਜਾਂਦੇ ਨੇ ਉੱਥੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਵਿੱਚ ਬੁਲਾ ਕੇ ਜਾਂ ਵੀਡੀਓ ਦੇ ਦਫ਼ਤਰ ਦੇ ਵਿੱਚ ਬੁਲਾ ਕੇ, ਉਹ ਕੁਝ ਲਗਭਗ ਉਹ ਸਰਪੰਚ ਬੁਲਾਏ ਜਾਂਦੇ ਨੇ ਜਿਹਨੂੰ ਲਿਖ ਕੇ ਇਬਾਰਤ ਦੇ ਦਿੱਤੀ ਜਾਂਦੀ ਹੈ ਵੀ ਚਲੋ ਤੁਸੀਂ ਇੰਨਾ ਕਿ ਕਹਿਣਾ ਕਿ ਸਰਕਾਰ ਬਹੁਤ ਵਧੀਆ ਕਰ ਰਹੀ ਹੈ। ਨਾਰਮਲੀ ਸਭ ਨੇ ਇਹੀ ਕਿਹਾ ਕਿ ਅਸੀਂ ਵੀ ਬਹੁਤ ਵਧੀਆ ਕਰ ਰਹੇ ਹਾਂ, ਪਿੰਡ 'ਚ ਕੋਈ ਪ੍ਰੋਬਲਮ ਨਹੀਂ ਅਤੇ ਸਰਕਾਰ ਵੀ ਬਹੁਤ ਵਧੀਆ ਕਰ ਰਹੀ ਹੈ। ਪਰ ਗਰਾਊਂਡ ਰਿਐਲਿਟੀ ਇਹਦੇ ਤੋਂ ਅਲੱਗ ਹੈ, ਕਿਉਂਕਿ ਤੁਸੀਂ ਖੁੱਲ੍ਹੀ ਫੀਡਬੈਕ ਲਾਓਗੇ ਤਾਂ ਅਲੱਗ ਤਰ੍ਹਾਂ ਦੀ ਫੀਡਬੈਕ ਆਏਗੀ। ਜੇਕਰ ਪੂਰੀ ਤਰ੍ਹਾਂ ਇੱਕ ਯੋਜਨਾਬੱਧ ਫੀਡਬੈਕ ਲੈਂਦੇ ਹੋ ਤਾਂ ਹੋਰ ਤਰ੍ਹਾਂ ਦੀ ਗੱਲ ਆਉਂਦੀ ਹੈ। ਔਰ ਡਾਕਟਰ ਕੇ ਤਲਵਾੜ ਜਿਹੜੇ ਪੰਜਾਬ ਦੇ ਇਸ ਸਾਰੇ ਸੈਟਅਪ ਦੇ ਵਿੱਚ ਐਕਸਪਰਟ ਦੇ ਤੌਰ 'ਤੇ ਹੈਗੇ ਨੇ, ਉਹਨਾਂ ਨੇ ਵੀ ਟਰਾਈ ਇਹ ਕੀਤੀ ਜ਼ਿਆਦਾ ਆਪਣੇ ਗੱਲ ਦੇ ਵਿੱਚ ਕਿ ਅਸੀਂ ਆਹ ਕਰ ਰਹੇ ਹਾਂ, ਪੰਜਾਬ ਕਿਵੇਂ ਬਿਹਤਰ ਹੈ ਦੂਜਿਆਂ ਦੇ ਮੁਕਾਬਲੇ, ਅਸੀਂ ਕਿਹੜੀ ਗੱਲ ਪਹਿਲਾਂ ਕੀਤੀ, ਕਿਹੜੀ ਗੱਲ ਸਾਡੀ ਦੇਸ਼ ਨੇ ਅਪਣਾਈ, ਕਿਹੜੀ ਗੱਲ। ਮੈਨੂੰ ਲੱਗਦਾ ਇਹਨਾਂ ਤੋਂ ਜ਼ਿਆਦਾ ਹੁਣ ਲੋਕਾਂ ਦੀ ਲੋੜ ਇਹ ਹੈ ਕਿ ਜਿਹੜੀ ਉਹਦੇ ਸਾਹਮਣੇ ਸਮੱਸਿਆ ਹੈ। ਮੰਨ ਲਓ ਇੱਕ ਅੱਧੇ ਸਰਪੰਚ ਨੇ ਇਹ ਕੀਤੀ ਵੀ ਸਾਡੇ ਪਿੰਡ ਦੇ ਵਿੱਚ ਤੁਸੀਂ ਜੀ ਵੈਕਸੀਨ ਭੇਜੋ, ਸਾਡੇ ਕੋਲ ਵੈਕਸੀਨ ਹੈ ਨਹੀਂ। ਕਿਸੇ ਪਿੰਡ 'ਚ 2 ਬੰਦਿਆਂ ਲਈ ਵੈਕਸੀਨ ਗਈ, ਕਿਸੇ 'ਚ 5, ਜੇ ਉਹ। ਹੁਣ ਉਹ ਵੈਕਸੀਨ ਦਾ ਜਵਾਬ ਉਹਨਾਂ ਕੋਲ ਵੀ ਕੋਈ ਨਹੀਂ। ਉਹ ਹੁਣ ਇਹੀ ਕਹਿ ਰਹੇ ਨੇ ਵੀ ਅਸੀਂ ਤਾਂ ਜੀ ਮੰਗਾ ਰਹੇ ਹਾਂ, ਜਿੰਨੀ ਕੁ ਆ ਰਹੀ ਹੈ, ਲੋੜ ਨਾਲੋਂ ਘੱਟ ਆ ਰਹੀ ਹੈ, ਕੇਂਦਰ ਸਰਕਾਰ ਤੋਂ ਆਉਣੀ ਹੈ, ਉਹ ਨਹੀਂ ਆ ਰਹੀ। ਉਹਦਾ ਤਸੱਲੀ ਬਖਸ਼ ਜਵਾਬ ਕਿਸੇ ਕੋਲ ਉਸ ਰੂਪ ਦੇ ਵਿੱਚ ਨਹੀਂ ਹੈ। ਅਤੇ ਅਗਲੀ ਗੱਲ ਇਹ ਹੈ ਕਿ ਜਦੋਂ ਹੁਣ ਤੁਸੀਂ ਕਹਿ ਰਹੇ ਹੋ ਕਿ ਮਰੀਜ਼ਾਂ ਨੂੰ ਅਸੀਂ ਫਤਿਹ ਕਿੱਟ ਦਿਆਂਗੇ, ਜੇਕਰ ਹੈ ਉਹਨਾਂ ਦੇ ਘਰ ਜਾਣਗੀਆਂ ਆਸ਼ਾ ਵਰਕਰ ਤੋਂ ਲੈ ਕੇ ਬਾਕੀ ਸਾਰਾ ਇੱਕ ਸਿਸਟਮ ਬਣਾਉਣਾ ਹੈ, ਤਾਂ ਲੋਕਾਂ ਦੀ ਕਈ ਵੀ ਫੀਡਬੈਕ ਹੈ ਕਿ ਉਹ ਫਤਿਹ ਕਿੱਟਾਂ ਜਿਹੜੀਆਂ ਤੁਸੀਂ ਥੋੜ੍ਹਾ ਬਹੁਤ ਪਹਿਲਾਂ ਬਣਾਈਆਂ ਸੀ, ਹੁਣ ਜਿੱਥੇ ਡਿਮਾਂਡ ਹੋ ਰਹੀ ਹੈ ਉਹ ਹੈ ਨਹੀਂ, ਉਹ ਖਤਮ ਹੋ ਗਈਆਂ ਨੇ, ਜਾਂ ਉਨੀ ਵੱਡੀ ਪੱਧਰ 'ਤੇ ਨਹੀਂ ਜਿੰਨੀ ਵੱਡੀ ਪੱਧਰ 'ਤੇ ਕੇਸ ਸਾਰਿਆਂ ਦੇ ਸਾਹਮਣੇ ਆ ਰਹੇ ਨੇ ਉਸ ਪੱਧਰ ਦੇ ਉੱਤੇ। ਔਰ ਉਹਨੂੰ ਇਹ ਕਿਹਾ ਗਿਆ ਕਿ ਅਸਲ 'ਚ ਇਹ ਕਾਰਨ ਇਹ ਨੇ ਵੀ ਪਿੰਡਾਂ 'ਚ ਜ਼ਿਆਦਾ ਤਾਂ ਮੌਤਾਂ ਦੀ ਦਰ ਵੀ ਅਤੇ ਬਾਕੀ ਇਸ ਲਈ ਹੈ ਕਿ ਪੇਂਡੂ ਬੰਦਾ ਸ਼ਹਿਰੀ ਵਾਂਗ ਚੌਕਸ ਨਹੀਂ ਹੈ ਅਤੇ ਉਹ ਇਲਾਜ ਕਰਾਉਣ ਤੋਂ ਗੁਰੇਜ਼ ਕਰਦਾ, ਉਹ ਦੱਸਦਾ ਨਹੀਂ ਹੈ, ਉਹ ਘਰ ਹੀ ਰਹਿੰਦਾ, ਜਾਂ ਇਹ ਗੱਲ ਹੈ। ਮਤਲਬ ਇਹ ਹੁੰਦਾ ਕਿ ਉਹ ਗੱਲ ਵੀ ਉਹਨਾਂ ਦੇ ਖਾਤੇ ਪਾ ਦਿਓ ਕਿ ਉਹ ਆਪ ਹੀ ਠੀਕ ਨਹੀਂ ਹੈ ਜਾਂ ਆਪ ਹੀ ਸਿਆਣੇ ਨਹੀਂ। ਹਾਲਾਂਕਿ ਪਿੰਡ ਦੇ ਵਿੱਚ ਤਾਂ ਬਹੁਤ ਛੇਤੀ ਸਾਰੀਆਂ ਗੱਲਾਂ ਨੂੰ ਦੇਖਿਆ ਜਾ ਸਕਦਾ, ਨਿਸ਼ਾਨਦੇਹੀ ਸੌਖੀ ਕੀਤੀ ਜਾ ਸਕਦੀ ਹੈ। ਛੋਟਾ ਯੂਨਿਟ ਹੈ ਅਤੇ ਉੱਥੇ ਪੰਚਾਇਤ ਵੀ ਉਸ ਲੈਵਲ 'ਤੇ ਗੱਲ ਕਰ ਸਕਦੀ, ਸਹਿਯੋਗ ਵੀ ਲੋਕਾਂ ਦਾ ਜ਼ਿਆਦਾ ਹੈ। ਔਰ ਜੇ ਤੁਸੀਂ ਪੇਂਡੂ ਲੈਵਲ 'ਤੇ ਜਿੰਨੀਆਂ ਡਿਸਪੈਂਸਰੀਆਂ ਤੁਹਾਡੇ ਕੋਲ ਨੇ, ਜਿੰਨੇ ਕਮਿਊਨਿਟੀ ਹੈਲਥ ਸੈਂਟਰ ਨੇ, ਜਿੰਨੇ ਬਾਕੀ ਨੇ, ਜੇ ਉਹ ਰੀਅਲ ਸੈਂਸ 'ਚ ਪੂਰਾ ਮਟੀਰੀਅਲ ਉਹਨਾਂ ਕੋਲ ਹੋਵੇ, ਬਾਕੀ ਚੀਜ਼ਾਂ ਹੁਣ ਕੰਮ ਕਰਨ, ਤਾਂ ਉਹਨੂੰ ਉਸ ਰੂਪ ਦੇ ਵਿੱਚ ਦੇਖਿਆ ਜਾ ਸਕਦਾ। ਇੱਕ ਜਨੌਦੇ ਪਿੰਡ ਦੀ ਚੱਲ ਰਹੀ ਸੀ ਕਿ 1 ਮਹੀਨੇ 'ਚ 20 ਮੌਤਾਂ ਹੋਈਆਂ ਨੇ ਅਤੇ ਲੋਕਾਂ ਨੂੰ ਲੱਗਿਆ ਵੀ ਬੜਾ, ਹਾਲਾਂਕਿ ਉੱਥੇ ਕਮਿਊਨਿਟੀ ਸੈਂਟਰ ਹੈਗਾ, ਬੈੱਡ ਹੈਗੇ ਨੇ, ਹਸਪਤਾਲ ਉਸ ਲੈਵਲ ਦੇ ਉੱਤੇ ਹੈ। ਔਰ ਭੁੰਦੜ ਪਿੰਡ ਦੀ ਇੱਕ ਸੋਸ਼ਲ ਮੀਡੀਆ 'ਤੇ ਚੱਲ ਰਹੀ ਹੈ, 178 ਬੰਦੇ ਪੋਜ਼ੀਟਿਵ ਨੇ। ਅਲੱਗ-ਅਲੱਗ ਟਾਈਪ ਦੀਆਂ ਜਿਹੜੀਆਂ ਕਹਾਣੀਆਂ ਆ ਰਹੀਆਂ ਨੇ ਕਿ ਪਿੰਡਾਂ ਦੇ ਵਿੱਚ ਇਹਨੂੰ ਵੱਧਦਾ ਰਿਹਾ।
ਪਰ ਇੱਕ ਗੱਲ ਬਹੁਤ ਜ਼ਰੂਰੀ ਹੈ ਜਿਹਦੇ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਕਿ ਪੰਚਾਇਤੀ ਰਾਜ ਦੇ ਸੈਟਅਪ ਨੂੰ ਤੁਸੀਂ ਇਹ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿ ਜਿੱਥੇ 100% ਵੈਕਸੀਨੇਸ਼ਨ ਹੋ ਗਈ ਜਿਹੜੇ ਪਿੰਡ 'ਚ ਉਹਨੂੰ 10 ਲੱਖ ਰੁਪਇਆ ਦਿੰਦੇ ਆ ਦੇ ਐਲਾਨ ਕੀਤਾ। ਤੁਸੀਂ ਉਹਨਾਂ ਪਿੰਡਾਂ ਨੂੰ 10-10 ਲੱਖ ਨੂੰ ਕਿਉਂ ਨਹੀਂ ਐਲਾਨ ਕਰਦੇ ਕਿ ਜਿਹੜੀਆਂ ਤੁਹਾਡੀਆਂ ਜ਼ਰੂਰਤਾਂ ਨੇ ਤੁਸੀਂ ਆਪ ਖਰੀਦ ਕੇ ਉਦੋਂ ਪਹਿਲਾਂ ਤੁਸੀਂ ਉਹਨੂੰ ਪੂਰੀਆਂ ਕਰੋ, ਜਿੱਥੇ ਕਿਤੇ ਘੱਟ ਹੈ ਉਹਨੂੰ ਪੂਰੀਆਂ ਕਰੋ ਅਤੇ ਉਹਨਾਂ ਨੂੰ ਪੈਸਾ ਦਿਓ ਅਤੇ ਬਾਕੀ ਦੀਆਂ ਚੀਜ਼ਾਂ ਦੀ ਅਰੇਂਜਮੈਂਟ ਹੋਵੇ ਤਾਂ ਕਿ ਵੱਡੇ ਪੱਧਰ 'ਤੇ ਇਸ ਨੂੰ ਸਮੇਟਿਆ ਜਾ ਸਕੇ ਜਿਹੜੀਆਂ ਵੀ ਚੀਜ਼ਾਂ ਇਸ ਰੂਪ ਦੇ ਵਿੱਚ ਹੁੰਦੀਆਂ ਨੇ। ਔਰ ਇਸੇ ਕਰਕੇ ਇਹ ਹੈ ਕਿ ਜਿਹੜਾ ਪਿੰਡਾਂ ਦੇ ਵਿੱਚ ਗੱਲ ਹੈ ਕਿ ਇਨਫਰਾਸਟਰਕਚਰ ਜਿਹੜਾ ਇਹ ਮੰਨਣ ਲਈ ਸਾਰੇ ਢਾਂਚਾ ਵੀ ਮੰਨਦਾ, ਇਹ ਸਿਹਤ ਮੰਤਰੀ ਨੇ ਵੀ ਮੰਨਿਆ ਕਿ ਪੇਂਡੂ ਖੇਤਰ 'ਚ ਸਿਹਤ ਸੇਵਾਵਾਂ ਨੇ ਜਿਹੜੀਆਂ ਉਹ ਕਾਫੀ ਕਮਜ਼ੋਰ ਨੇ ਮੁਕਾਬਲਤਨ ਸ਼ਹਿਰਾਂ ਦੇ ਜਿੱਥੇ ਵੀ ਹੈ। ਔਰ ਨਾਲ ਦੀ ਨਾਲ ਗੱਲ ਇੱਕ ਇਹ ਵੀ ਹੈ ਕਿ ਪੇਂਡੂ ਖੇਤਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਨੇੜਲਾ ਦਵਾਈ ਦੇਣ ਵਾਲਾ ਬੰਦਾ ਹੈ ਉਹ ਹੈ ਅਨਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ, ਜਿਹੜਾ ਨੂੰ ਆਪਾਂ ਕੋਈ ਕੁਐਕ ਕਹਿੰਦਾ, ਕੋਈ ਝੋਲਾ ਛਾਪ ਡਾਕਟਰ, ਕੋਈ ਕੁਛ। ਔਰ ਜੇ ਉਹ ਲੋਕਾਂ ਨੂੰ ਦਵਾਈ ਦਿੰਦੇ ਨੇ, ਲੋਕ ਉਹਦੇ ਤੋਂ ਮੇਨਲੀ ਦਵਾਈ ਲੈਂਦੇ ਨੇ, ਉਹਦੇ 'ਤੇ ਭਰੋਸਾ ਵੀ ਕਰਦੇ ਨੇ ਜਿੰਨਾ ਚਿਰ ਉਹ ਤਾਂ ਕਰਦੇ ਨੇ ਕਿਉਂਕਿ ਮੁਕਾਬਲਤਨ ਤੁਹਾਡੇ ਕੋਲ ਕੁਆਲੀਫਾਈਡ ਬੰਦੇ ਹੀ ਨਹੀਂ। ਜੇ ਉਹਨਾਂ ਨੂੰ ਵੀ ਬਾਹਰ ਕਰ ਦੋਗੇ, ਬਾਕੀ ਤੁਹਾਡੇ ਕੋਲ ਹੈ ਨਹੀਂ ਤਾਂ ਕੀ ਕਰੋਗੇ? ਉਹਨਾਂ ਨੂੰ ਕਿਵੇਂ ਨਾਲ ਜੋੜ ਕੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹ ਕਹਿੰਦਾ ਉਹਨਾਂ ਦਾ ਕਹਿਣਾ ਹੈ। ਔਰ ਉਹ ਇਹ ਕਹਿ ਰਹੇ ਸੀ ਕਿ ਜਿਹੜੀ ਆ ਕਾਲੀ ਉਹਦਾ ਆਉਂਦਾ ਹੈ ਫੰਗਸ ਦਾ, ਬਲੈਕ ਫੰਗਸ ਦੇ ਕੇਸ ਆ ਰਹੇ ਨੇ, ਉਹ ਕਹਿੰਦੇ ਉਹ ਜਿਹੜੇ ਡਾਕਟਰ ਨੇ ਜਿਨ੍ਹਾਂ ਨੂੰ ਪੂਰਾ ਪਤਾ ਨਹੀਂ ਉਹ ਜ਼ਿਆਦਾ ਸਖਤ ਦਵਾਈ ਦੇ ਦਿੰਦੇ ਨੇ, ਸਟੀਰੋਇਡ ਜ਼ਿਆਦਾ ਦੇ ਦਿੰਦੇ ਨੇ, ਉਹਦੇ ਕਰਕੇ ਉਹ ਬਿਮਾਰੀ ਆਉਂਦੀ ਹੈ ਸਾਹਮਣੇ। ਉਹਨਾਂ ਨੂੰ ਨਾਲ ਜੋੜਨ ਦਾ ਇਸ ਲੈਵਲ 'ਤੇ ਗੱਲ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਪਿੰਡ ਪਿੰਡ ਉਹ ਜਾਗਰੂਕਤਾ ਮੁਹਿੰਮ ਜਿਹੜੀ ਅੱਜ ਤੁਸੀਂ ਕਰਨ ਲੱਗੇ ਹੋ, ਅਤੇ ਪਿੰਡ ਪਿੰਡ ਇਹ ਚੀਜ਼ਾਂ ਦੀ ਜਾਗਰੂਕਤਾ ਫੈਲਾਉਣੀ ਬੜੀ ਜ਼ਰੂਰੀ ਸੀਗੀ। ਔਰ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਜੇ ਇੰਨਾ ਡਰ ਦਾ ਸਵਾਲ ਹੈ, ਪਿੰਡਾਂ ਦੇ ਵਿੱਚ ਇੱਕ ਦਹਿਸ਼ਤ ਵੀ ਹੈ ਲਗਾਤਾਰ ਵੀ ਨਹੀਂ ਹਸਪਤਾਲ ਨਹੀਂ ਜਾਣਾ, ਹਸਪਤਾਲ ਗਏ ਜੀ ਫਲਾਨਾ ਗਿਆ ਸੀ ਉੱਥੋਂ ਮਰ ਕੇ ਆ ਗਿਆ, ਫਲਾਨਾ ਗਿਆ ਸੀ ਮਰ ਕੇ ਆ ਗਿਆ। ਇੱਕ ਜਿਹੜਾ ਰਿਮੋਰ ਹੈ ਇਸ ਲੈਵਲ ਦਾ ਵੀ ਚੱਲਦਾ। ਤੁਸੀਂ ਇਹ ਭਰੋਸਾ ਕਿਵੇਂ ਦਿਵਾਓ, ਕਿਸ ਤਰੀਕੇ ਨਾਲ ਦਿਵਾਓ, ਆਪਣੀ ਕਾਰਗੁਜ਼ਾਰੀ 'ਚੋਂ ਦਿਵਾਓ ਕਿ ਹਸਪਤਾਲ ਜਾ ਕੇ ਬੰਦਾ ਠੀਕ ਹੁੰਦਾ, ਹਸਪਤਾਲ ਜਾ ਕੇ ਬੰਦੇ ਨੂੰ ਕੋਈ ਇਹੋ ਜਿਹੀ ਗੱਲ ਨਹੀਂ ਹੈ। ਉਹਦੇ 'ਚ ਕੁਝ ਮਿਸਮੈਨੇਜਮੈਂਟਾਂ ਨੇ, ਜਿਵੇਂ ਹਸਪਤਾਲ ਬੰਦੇ ਦਾ ਮਰੀਜ਼ ਵਗ ਗਿਆ, ਉਹਦੇ 'ਚ ਕੋਈ ਪਾਰਦਰਸ਼ਤਾ ਨਹੀਂ ਹੈ, ਟਰਾਂਸਪੇਰੈਂਸੀ ਨਹੀਂ ਹੈ ਕਿ ਉਹਨੂੰ ਉਹਦੇ ਨਾਲ ਗੱਲ ਕਰਾਉਂਦੇ ਰਹੋ ਜਾਂ ਉਹਦੇ ਬਾਰੇ ਹਕੀਕਤ ਬਾਰੇ ਜਾਣਕਾਰੀ ਦਿੰਦੇ ਰਹੋ। ਅਤੇ ਜਦੋਂ ਤੁਸੀਂ ਜਾਣਕਾਰੀ ਨਹੀਂ ਦਿੰਦੇ, ਬਾਹਰ ਮਰੀਜ਼ ਦੇ ਵਾਰਸ ਵੀ ਰੌਲਾ ਪਾਉਂਦੇ ਨੇ, ਅੰਦਰ ਇਕੱਲਾ ਮਰੀਜ਼ ਵੀ ਦਹਿਸ਼ਤ ਦੇ ਵਿੱਚ ਆ ਜਾਂਦਾ ਕਿਉਂਕਿ ਜੇ ਉਹਦੇ ਬੈੱਡ ਤੋਂ ਨੇੜਿਓਂ ਚਲੇ ਜਾਂਦੇ ਨੇ 1 ਜਾਂ 2 ਵੀ ਇਹਦੀ ਡੈਥ ਹੋ ਗਈ, ਆ ਵੀ ਗਿਆ, ਤਾਂ ਉਹ ਮਨੋਵਿਗਿਆਨਕ ਤੌਰ 'ਤੇ ਜਿਹੜਾ ਡਰ ਹੈ ਉਹ ਬੰਦੇ ਨੂੰ ਉੱਧਰ ਲੈ ਜਾਂਦਾ ਮੌਤ ਵੱਲ। ਉਹਨੂੰ ਲੜਾਈ ਨਾਲ ਲੜਨ ਦੀ ਜਿਹੜੀ ਵਿਲ ਪਾਵਰ ਹੁੰਦੀ ਹੈ, ਇੱਛਾ ਸ਼ਕਤੀ ਹੈ, ਉਹਨੂੰ ਉਹਦੇ ਲਈ ਤਿਆਰ ਨਹੀਂ ਕਰਦਾ। ਇਸੇ ਕਰਕੇ ਜਦੋਂ ਤੁਸੀਂ ਇਹ ਖੁਦ ਕਹਿ ਰਹੇ ਹੋ ਕਿ 80-85% ਕੇਸਾਂ ਨੂੰ ਤਾਂ ਹਸਪੀਟਲ ਜਾਣ ਦੀ ਵੀ ਲੋੜ ਨਹੀਂ, ਉਸ ਤਰੀਕੇ ਨਾਲ ਗੱਲ ਹੋ ਜਾਂਦੀ ਹੈ। ਫਿਰ ਨੇੜਲਾ ਉਹਨੂੰ ਡੀਸੈਂਟਰਲਾਈਜ਼ ਕਰੋ, ਡੀਸੈਂਟਰਲਾਈਜ਼ ਹੋ ਕੇ ਉੱਥੇ ਉਨੀ ਕੁ ਆਕਸੀਜਨ ਹੋਣੀ ਚਾਹੀਦੀ ਹੈ, ਉਨੀ ਕੁ ਹੋਰ ਬਾਕੀ ਚੀਜ਼ਾਂ। ਔਰ ਇਹ ਵੀ ਗੱਲ ਬੜੇ ਆਮ ਲੋਕਾਂ ਦੀ ਇੱਕ ਸ਼ਿਕਾਇਤ ਹੈ ਕਿ ਜਿਹੜੇ ਤਹਿਸੀਲ ਦੇ ਹਸਪਤਾਲ ਨੇ ਛੋਟੇ, ਉਹ ਰਿਸਕੇ ਲੈਣ ਲਈ ਤਿਆਰ ਨਹੀਂ ਕਿ ਜਦੋਂ ਵੀ ਬੰਦਾ ਜਾਂਦਾ, ਚਾਹੇ ਜੇ ਆਕਸੀਜਨ ਉਹਨਾਂ ਕੋਲ ਹੋਵੇ ਵੀ, ਉਹ ਕਹਿੰਦਾ ਵੀ ਆਪਾਂ ਕਾਹਨੂੰ ਗੱਲ ਪਾਉਣਾ, ਰੈਫਰ ਕਰ ਦਿਓ ਅੱਗੇ, ਆਪਣੇ ਗਲੋਂ ਲਾਹੋ ਅਤੇ ਉੱਪਰ ਚਲੇ ਜਾਓ। ਉਹ ਜਿਹੜੀ ਇੱਕ ਕਮਿਟਮੈਂਟ ਹੁੰਦੀ ਹੈ ਕਿ ਨਹੀਂ ਜਿੰਨਾ ਚੱਕ ਆਪਾਂ ਕਰ ਸਕਦੇ ਹਾਂ ਆਪਾਂ ਕਰੀਏ। ਇਹ ਸਾਰੀਆਂ ਮਾਨਸਿਕਤਾ ਦੀਆਂ, ਟ੍ਰੇਨਿੰਗ ਦੀਆਂ, ਜਜ਼ਬੇ ਦੀਆਂ ਉਹ ਸਾਰੀਆਂ ਗੱਲਾਂ ਨੇ ਜਦੋਂ ਤੁਸੀਂ ਆਪ ਕਰੋਗੇ। ਔਰ ਉਹਦੇ ਵਿੱਚ ਜਿਹੜੀ ਇੱਕ ਮਿਸਿੰਗ ਲਿੰਕ ਹੈ, ਜੇ MLA, MP, ਮੰਤਰੀ, ਚੀਫ ਮਿਨਿਸਟਰ ਉਹ ਵਿਚਰਦਾ ਨਜ਼ਰ ਆਏਗਾ ਲੋਕਾਂ ਦੇ ਵਿੱਚ, ਕਿਤੇ ਹਸਪਤਾਲ ਵਿਜ਼ਿਟ ਕਰਦਾ, ਕਿਤੇ ਤੁਸੀਂ ਸਾਰੀਆਂ ਚੀਜ਼ਾਂ ਪਾ ਕੇ, ਸਾਰੀਆਂ ਚੀਜ਼ਾਂ ਮਾਸਕ ਲੈ ਕੇ, ਬਾਕੀ ਚੀਜ਼ਾਂ ਲੈ ਕੇ ਤਿਆਰੀ ਕਰਕੇ ਜਾਓ। ਐ ਨਹੀਂ ਕਿ ਤੁਸੀਂ ਜਾ ਕੇ ਉੱਥੇ ਜ਼ਰੂਰ ਕਰੋਨਾ ਹੋ ਜਾਣਾ, ਪਰ ਜਾ ਤਾਂ ਸਕਦੇ ਹੋ ਲੋਕਾਂ 'ਚ। ਔਰ ਲੋਕਾਂ 'ਚ ਜਾ ਕੇ ਇੱਕ ਕੌਨਫੀਡੈਂਸ ਬਣਦਾ, ਇੱਕ ਭਰੋਸਾ ਬਣਦਾ ਕਿ ਫਲਾਣੇ ਬੰਦੇ ਫਿਰ ਰਹੇ ਨੇ, ਆ ਰਹੇ ਨੇ। ਇਹ ਕਲਾਸ ਮਿਸਿੰਗ ਹੈ ਉਹ ਸਾਰੇ ਕਾਸੇ 'ਚੋਂ। ਜਦੋਂ ਇਹ ਕਲਾਸ ਜਿਹਦੇ 'ਤੇ ਜ਼ਿੰਮੇਵਾਰੀ ਆ ਉਹ ਮਿਸਿੰਗ ਹੈ ਤਾਂ ਉਹਦੇ ਨਾਲ ਇਹ ਸੰਕਟ ਹੋਰ ਵੱਧਦਾ ਦਿਖਾਈ ਦਿੰਦਾ। ਉਹਨਾਂ ਨੂੰ ਨਿਕਲਣਾ ਚਾਹੀਦਾ ਕਿਉਂਕਿ ਜੇ ਤੁਸੀਂ ਫਾਇਦੇ ਲੈਂਦੇ ਹੋ ਉਹਨਾਂ ਚੇਅਰਾਂ ਦੇ, ਉਹਨਾਂ ਕੁਰਸੀਆਂ ਦੇ, ਉਹਨਾਂ ਤਾਕਤ ਦੇ, ਤਾਂ ਸੰਕਟ ਦੇ ਵੇਲੇ ਤੁਹਾਨੂੰ ਫਰੰਟ 'ਤੇ ਵੀ ਜ਼ਿਆਦਾ ਜਾਣਾ ਪੈਂਦਾ, ਤੁਹਾਨੂੰ ਜੋਖਮ ਵੀ ਜ਼ਿਆਦਾ ਉਠਾਉਣਾ ਪੈਂਦਾ ਦੂਜਿਆਂ ਸਾਰਿਆਂ ਮੁਕਾਬਲੇ। ਇਹ ਨਹੀਂ ਕਿ ਤੁਸੀਂ ਅੰਦਰੋਂ ਹੀ ਨਾ ਨਿਕਲੋ ਅਤੇ ਬਾਕੀ ਬੰਦਿਆਂ ਨੂੰ ਕਹਿੰਦੇ ਰਹੋ ਕਿ ਤੁਸੀਂ ਲੜਾਈ ਲੜੋ। ਇਹ ਬਹੁਤ ਜ਼ਰੂਰੀ ਹੈ। ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਹੋਰ ਧਿਆਨ ਦੇ ਵਿੱਚ ਆਈ ਹੈ ਵੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਕੁਝ ਪਿੰਡਾਂ ਦੇ ਵਿੱਚ ਲੋਕਾਂ ਨੇ ਆਪਣੇ ਪੱਧਰ 'ਤੇ ਕੋਵਿਡ ਸੈਂਟਰ ਤਿਆਰ ਕਰੇ ਨੇ ਅਤੇ ਉਹਨਾਂ ਨੇ ਆਕਸੀਜਨ ਦਾ ਵੀ ਪ੍ਰਬੰਧ ਕਰਿਆ। ਅਤੇ ਇਹ ਜਦੋਂ ਇਸ ਤਰ੍ਹਾਂ ਦੀ ਸਮਾਜਿਕ ਭਾਗੀਦਾਰੀ ਬਣਦੀ ਹੈ ਤਾਂ ਆਸ ਦੀ ਇੱਕ ਨਵੀਂ ਕਿਰਨ ਪੈਦਾ ਹੁੰਦੀ ਹੈ ਕਿ ਲੋਕ ਇਸ ਬਿਮਾਰੀ ਨਾਲ ਆਪਣੇ ਪੱਧਰ 'ਤੇ ਲੜਨ ਲਈ ਵੀ ਤਿਆਰ ਨੇ। ਅਤੇ ਇਹਦੇ ਨਾਲ ਹੀ ਦੂਜਾ ਜਿਹੜਾ ਪੱਖ ਹੈ ਵੀ ਜਿਹੜੇ ਗੈਰ ਵਿਗਿਆਨਕ ਇਲਾਜ ਪ੍ਰਣਾਲੀਆਂ, ਇਲਾਜ ਵਿਧੀਆਂ, ਜਿਵੇਂ ਕਿ ਬਹੁਤ ਆਪਾਂ ਨੇ ਫੋਟੋਆਂ ਦੇਖੀਆਂ ਸੋਸ਼ਲ ਮੀਡੀਆ 'ਤੇ ਵੀ ਗੋਹਾ ਮਲ ਕੇ, ਜਾਂ ਅੱਜ ਇੱਕ ਭਾਜਪਾ ਦੀ ਬਹੁਤ ਚਰਚਿਤ ਲੀਡਰ ਹੈ ਵੀ ਉਹਨੇ ਗਊ ਮੂਤਰ ਪੀਣ ਨੂੰ ਇਹਦਾ ਇਲਾਜ ਦੱਸਿਆ। ਅਤੇ ਲੋਕਾਂ ਦੇ ਵਿੱਚ ਇਹ ਜਿਹੜੇ ਗੈਰ ਵਿਗਿਆਨਕ
ਕਾਰਨ ਹੈ, ਇਹਨਾਂ ਦੇ ਖਿਲਾਫ, ਇਹਨਾਂ ਦੇ ਵਿਰੁੱਧ ਕਿਸ ਤਰ੍ਹਾਂ ਸਰਕਾਰੀ ਪੱਧਰ 'ਤੇ ਇਹਨੂੰ ਮਤਲਬ ਵਿਗਿਆਨਕ ਇਲਾਜ ਪ੍ਰਣਾਲੀ ਵੱਲ ਲੋਕਾਂ ਨੂੰ ਸੇਧਤ ਕੀਤਾ ਜਾਵੇ, ਇਹਦੇ ਬਾਰੇ ਤੁਸੀਂ ਥੋੜ੍ਹਾ ਚਾਨਣਾ ਪਾਓ। ਇਹ ਤਾਂ ਸੰਵਿਧਾਨਕ ਸਾਡੀ ਸੱਚਾਈ ਹੈ। ਸੰਵਿਧਾਨ ਦੇ ਵਿੱਚ ਇਹ ਗੌਰਮੈਂਟ ਦੀ ਜ਼ਿੰਮੇਵਾਰੀ ਹੈ ਜਾਂ ਗੌਰਮੈਂਟ ਨਾਲ ਜੁੜੇ ਸਾਰੇ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ 'ਚ ਵਿਗਿਆਨਕ ਨਜ਼ਰੀਆ, ਸਾਇੰਟੀਫਿਕ ਟੈਂਪਰਾਮੈਂਟ ਜਿਹਨੂੰ ਕਹਿੰਦੇ ਆ, ਕਿ ਉਹਦਾ ਉਹ ਵਿਕਾਸ ਕਰਨਾ ਹੈ ਤਾਂ ਕਿ ਲੋਕ ਉਸ ਨਜ਼ਰੀਏ ਤੋਂ ਦੇਖਣ। ਪਰ ਸਾਡੇ ਵਰਗੇ ਦੇਸ਼ 'ਚ ਜਿਹੜਾ ਪਹਿਲਾਂ ਪ੍ਰਚਾਰ ਹੋਇਆ ਬਹੁਤ ਨਾ ਕਿ ਇਹ ਕਿਹਦੀ ਸਾਇੰਸ ਹੈ, ਸਾਡੇ ਕੋਲ ਤਾਂ ਪਹਿਲਾਂ ਹੀ ਬਹੁਤ ਬੜੀ ਸਾਇੰਸ ਸੀ, ਸਾਡੇ ਕੋਲ ਪਹਿਲਾਂ ਹੀ ਮਜਾਇਲਾਂ ਹੁੰਦੀਆਂ ਸੀ, ਸਾਡੇ ਕੋਲ ਪਹਿਲਾਂ ਹੀ ਆਹ ਚੀਜ਼ਾਂ ਸੀ, ਉਸੇ ਨੂੰ ਅੱਗੇ ਰੱਖ ਕੇ ਹੁਣ ਜਿਹੜੇ ਇਹੋ ਜਿਹੀ ਬਿਆਨਬਾਜ਼ੀ ਜਿਹੜੀ ਹੋ ਰਹੀ ਹੈ ਬੜੇ ਵੱਡੇ ਪੱਧਰ ਦੇ ਉੱਤੇ, ਔਰ ਪਹਿਲਾਂ ਕਦੇ ਮੰਤਰ ਜਾਪ ਕਰਕੇ ਇਹ ਸੀਗਾ ਵੀ ਇਹ ਸ਼ਾਇਦ ਬਿਮਾਰੀ ਹੱਲ ਹੋ ਜਾਏਗੀ, ਹੁਣ ਜਿਹੜੀ ਨਾਰਮਲੀ ਚਰਚਿਤ ਬਿਆਨ ਦਿੰਦੀ ਹੈ, ਸਾਧਵੀ ਪ੍ਰਗਿਆ ਵਰਗੀ ਲੀਡਰ MP ਬਣ ਚੁੱਕੀ ਹੈ, ਤੇ MP ਹੈ ਉਹ ਉਹਦੇ 'ਚ, ਤੇ ਉਹਦਾ ਇੱਕ ਬਿਆਨ ਆਉਂਦਾ ਹੈ ਕਿ ਉਹ ਕਹਿੰਦੀ ਹੈ ਕਿ ਮੈਨੂੰ ਦਰਦ ਬਹੁਤ ਹੈ, ਮੇਰੇ ਸਰੀਰ ਨੂੰ ਦੁੱਖ ਬਹੁਤ ਹੈ, ਪਰ ਮੈਂ ਕਿਤੇ ਨਹੀਂ ਜਾਂਦੀ, ਅਤੇ ਮੈਂ ਤਾਂ ਗਊ ਮੂਤਰ ਪੀਂਦੀ ਹਾਂ, ਅਤੇ ਲੋਕਾਂ ਨੂੰ ਵੀ ਕਹਿੰਦੀ ਹਾਂ ਗਊ ਮੂਤਰ ਪੀਓ, ਅਤੇ ਇਹਦੇ ਨਾਲ ਕਰੋਨਾ ਨੇੜੇ ਨਹੀਂ ਆਉਂਦਾ, ਮੈਨੂੰ ਕਰੋਨਾ ਹੋ ਨਹੀਂ ਸਕਦਾ। ਹੁਣ ਜਾਓ ਟੈਸਟ ਕਰਾਏ, ਖਬਰ ਹੈ ਜੇ ਉਹਦੇ ਸਰੀਰ 'ਚ ਦਰਦ, ਉਹ ਕਹਿੰਦੀ ਹੈ ਮੈਂ ਮਹਿਸੂਸ ਕਰਦੀ ਹਾਂ, ਤਾਂ ਹੋ ਸਕਦਾ ਕਰੋਨਾ ਹੋਵੇ, ਸਾਇੰਟੀਫਿਕਲੀ ਜਾ ਕੇ ਟੈਸਟ ਕਰਾਓ। ਤਾਂ ਜਿਹੜਾ ਵੀ ਗੌਰਮੈਂਟ ਦਾ ਐਟੀਚਿਊਡ ਹੈ, ਔਰ ਉਹ ਹੋਣਾ ਚਾਹੀਦਾ ਜਿਹੜਾ ਗੈਰ ਵਿਗਿਆਨਕ ਤਰੀਕੇ ਦੇ ਤੱਥ ਪੈਦਾ ਕਰਕੇ ਲੋਕਾਂ 'ਚ ਉਲਝਣ ਪੈਦਾ ਕਰਦਾ ਹੈ, ਉਹ ਲੜਾਈ ਦੇ ਵਿੱਚ ਕਮਜ਼ੋਰੀ ਪੈਦਾ ਕਰਦਾ ਹੈ। ਜਿਹੜੀ ਕੋਈ ਮਹਾਮਾਰੀ ਦੇ ਖਿਲਾਫ, ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਉਹਦੀ ਜ਼ੁਬਾਨ ਬੰਦ ਹੋਣੀ ਚਾਹੀਦੀ ਹੈ, ਜਾਂ ਤਾਂ ਉਹਨੂੰ ਕਿਹਾ ਜਾਏ ਕਿ ਤੂੰ ਸਾਬਤ ਕਰ ਤੇਰੀ ਗੱਲ 'ਚ ਵਜਨ ਕਿਵੇਂ ਹੈ। ਦੂਜੇ ਪਾਸੇ ਜਿਹੜੇ ਬੰਦੇ ਸਵਾਲ ਉਠਾਉਂਦੇ ਨੇ ਸਰਕਾਰ 'ਤੇ, ਕਿਸੇ ਨੇ ਪੋਸਟਰ ਲਾਤੇ, ਮੰਨ ਲਓ ਵੀ ਸਾਡੀ ਵੈਕਸੀਨ ਕਿੱਥੇ ਹੈ, ਕਿਸੇ ਨੇ ਇਹ ਗੱਲ ਕੀਤੀ ਕਿ ਜੀ ਅਸੀਂ ਕਹਿ ਰਹੇ ਹਾਂ ਕਿ ਸਿਹਤ ਜਿਹੜੀ ਹੈ, ਸਿਹਤ ਮਨੁੱਖੀ ਬੁਨਿਆਦੀ ਅਧਿਕਾਰ ਹੋਣਾ ਚਾਹੀਦਾ। ਅੱਜ ਹੀ ਯੂਪੀ ਦੇ ਵਿੱਚ ਤੇ ਇੱਕ ਗਰੁੱਪ ਜਿਹੜਾ ਹੈ ਉਹ ਪੋਸਟਰ ਲਾ ਰਿਹਾ ਸੀ ਇਹੋ ਜਿਹੇ ਕਿ ਸਿਹਤ ਜਿਹੜੀ ਹੈ ਉਹ ਬੁਨਿਆਦੀ ਮਨੁੱਖੀ ਹੱਕ ਹੋਣਾ ਚਾਹੀਦਾ, ਹੋਰ ਕੁਝ ਨਹੀਂ ਸੀ ਉਹਦੇ 'ਚ, ਸਾਨੂੰ ਸਾਰੀਆਂ ਸਹੂਲਤਾਂ ਗੌਰਮੈਂਟ ਵੱਲੋਂ ਮਿਲਣੀਆਂ ਚਾਹੀਦੀਆਂ ਨੇ। ਅਤੇ ਉਹ 3 ਬੰਦੇ, ਇੱਕ ਔਰਤ, ਇੱਕ ਲੇਡੀ ਅਤੇ 2 ਦੂਜੇ ਕਾਰਕੁਨ, ਨੌਜਵਾਨ ਭਾਰਤ ਸਭਾ ਨਾਲ ਸੰਬੰਧਿਤ, ਉਹ ਹਜੂਮੀ ਭੀੜ ਉਹਦੇ ਗਲ ਪੈ ਗਈ, ਉਹਨਾਂ ਨਾਲ ਕੁੱਟਮਾਰ ਕੀਤੀ। ਅਤੇ ਕਿਉਂਕਿ ਸਾਡਾ ਲੈਵਲ ਹੀ ਇੱਥੇ ਚਲਾ ਗਿਆ, ਹੁਣ ਜਦੋਂ ਤੁਸੀਂ ਗੋਹਾ ਮਾਰਨ, ਗਊ ਮੂਤਰ ਪੀਣ 'ਤੇ ਤੁਸੀਂ ਕਹਿ ਰਹੇ ਹੋ ਕਿ ਮੋਦੀ ਜੀ ਭਗਵਾਨ ਨੇ, ਅਤੇ ਜਿਹੜਾ ਇਹਦੇ ਖਿਲਾਫ ਗੱਲ ਕੀਤਾ, ਉਹਨਾਂ ਨੇ ਦਿਖਾਇਆ ਵੀ ਆਹ ਪਰਚੇ ਨੇ ਸਾਡੇ ਜਿਹੜੇ ਲਾ ਰਹੇ ਹਾਂ, ਆਹ ਦੇਖ ਲਓ, ਇਹਦੇ 'ਚ ਅਸੀਂ ਤਾਂ ਸਾਰੇ ਲੋਕਾਂ ਦੀ ਮੰਗ ਕਰ ਰਹੇ ਹਾਂ, ਇਹਦੇ ਕਿਸੇ ਦੇ ਖਿਲਾਫ ਨਹੀਂ ਹੈ। ਅਤੇ ਉਹਨੂੰ ਪੁਲਿਸ ਥਾਣੇ ਲਿਜਾਂਦੀ ਹੈ, ਥਾਣੇ ਲਿਜਾ ਕੇ ਪੁਲਿਸ ਫਿਰ ਕੀ ਕਰਦੀ ਹੈ, ਉਹਨਾਂ 'ਤੇ ਪਰਚਾ ਦਰਜ ਕਰਦੀ ਹੈ। ਸਗੋਂ ਉਲਟਾ ਜਦੋਂ ਵਕੀਲ ਜਾਂਦੇ ਨੇ ਵੀ ਇਹ ਕੀ ਕਰਦੇ ਹੋ, ਕਹਿੰਦੇ ਜੀ ਇਹ ਕਰੋਨਾ ਦੇ ਪ੍ਰੋਟੋਕੋਲ ਦੀ ਉਲੰਘਣਾ ਕਰ ਰਹੇ ਨੇ। ਉਸ ਭੀੜ ਦੇ ਨੂੰ ਹੀ ਕਹਿ ਰਹੇ ਕਰੋਨਾ ਦੇ ਪ੍ਰੋਟੋਕੋਲ 'ਚ ਵੀ ਜਿਹੜਾ ਤੁਸੀਂ ਗਲਤ ਕਰ ਲਿਓ, ਭੀੜ ਤਾਂ ਉਦੋਂ ਜ਼ਿਆਦਾ ਉਲੰਘਣਾ ਕਰਕੇ ਆਈ ਹੈ ਨਾ, ਉਹਨੂੰ ਲਾਉਣ ਦਿਓ ਪੋਸਟਰ, ਤੁਸੀਂ ਕੀ ਲੈਣਾ, ਲਿਆ ਕੇ ਚਲੇ ਜਾਣਗੇ। ਇਹ ਜਿਹੜਾ ਪ੍ਰਸ਼ਾਸਨਿਕ ਤੰਤਰ ਹੈ, ਯੂਪੀ ਦਾ ਮਾਮਲਾ ਹੈ, ਯੂਪੀ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜਿਹੜਾ BJP ਕੰਟਰੋਲਡ ਸਟੇਟਾਂ ਨੇ, ਉੱਥੇ ਉਹ ਸਾਰੀਆਂ ਗੱਲਾਂ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਿਹੜੀ ਸਿਆਸੀ ਤੌਰ ਦੇ ਉੱਤੇ, ਕਿ ਜਿਹੜਾ ਵੀ ਬੰਦਾ ਵਾਜਬ ਗੱਲ ਕਰਦਾ, ਸਗੋਂ ਉਹਨੂੰ ਅਰਬਨ ਨਕਸਲੀ, ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਹਿ ਕੇ ਉਹਨੂੰ ਡਿਮੋਰਲਾਈਜ਼ ਕਰੋ। ਅਤੇ ਇਹ ਜਿਹੜਾ ਇੱਕ ਵਰਤਾਰਾ ਹੈ, ਇਹ ਸਮਝ ਨਹੀਂ ਆਉਂਦਾ। ਇਹ ਸਰਕਾਰ ਇਸੇ ਕਰਕੇ ਇਹਦੇ 'ਤੇ ਸਵਾਲ ਉੱਠ ਰਹੇ ਨੇ ਕਿ ਤੁਸੀਂ ਟੈਕਲ ਨਹੀਂ ਕਰ ਪਾ ਰਹੇ ਚੀਜ਼ਾਂ ਨੂੰ, ਤੁਸੀਂ ਕਲੀਅਰ ਕੱਟ ਪਾਲਿਸੀ ਨਹੀਂ ਬਣਾ ਪਾ ਰਹੇ, ਤੁਸੀਂ ਲੋਕ ਤੁਹਾਡੇ 'ਤੇ ਭਰੋਸਾ ਨਹੀਂ ਕਰ ਪਾ ਰਹੇ, ਜਿਹੜੇ ਵੱਡੀ ਗਿਣਤੀ 'ਚ ਦੂਜੇ ਲੋਕ ਨੇ। ਪਰ ਇੱਕ ਆਪਣੀ ਫੌਜ ਲੋਕਾਂ ਦਾ ਪੱਧਰ ਨੀਵਾਂ ਡਗਾ ਕੇ ਹਜੂਮ ਦੇ ਵਿੱਚ ਪੈਦਾ ਕਰਤੀ ਤੁਸੀਂ, ਜਿਹੜੀ ਕਹਿੰਦੀ ਹੈ ਕਿ ਪ੍ਰਧਾਨ ਮੰਤਰੀ ਦੇ ਖਿਲਾਫ ਨਾ ਕੁਛ ਬੋਲੋ, ਬਾਕੀ ਦੇ ਖਿਲਾਫ ਨਾ ਕੁਛ ਬੋਲੋ। ਇਹ ਵੀ ਸਾਇੰਟੀਫਿਕ ਟੈਂਪਰਾਮੈਂਟ ਹੈ ਜਿਹੜਾ, ਜਾਂ ਜਿਹੜੀ ਰੈਸ਼ਨੈਲਿਟੀ ਉਹਦੇ ਖਿਲਾਫ ਹੈ, ਉਹਦੇ ਖਿਲਾਫ ਹੈ। ਇਸ ਕਰਕੇ ਇਹ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ, ਇਹ ਮਾਹੌਲ ਵੀ ਲੜਾਈ ਨੂੰ ਕਮਜ਼ੋਰ ਕਰਦਾ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਅਤੇ ਜਿਹੜਾ ਅਗਲਾ ਸਵਾਲ ਹੈ, ਪਿਛਲੇ ਦਿਨੀ ਆਪਾਂ ਦੇਖਦੇ ਆਏ ਹਾਂ ਕਿ ਵਿਗਿਆਨਕ ਪੱਧਰ 'ਤੇ ਵਿਗਿਆਨੀਆਂ ਦੇ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਨੂੰ ਸਰਕਾਰ ਨੇ ਕਿਸ ਤਰ੍ਹਾਂ ਬਹੁਤ ਹੀ ਲੁਕਵੇਂ ਢੰਗ ਦੇ ਨਾਲ ਨਜ਼ਰਅੰਦਾਜ਼ ਕਰਿਆ, ਜਾਂ ਉਹਨਾਂ ਦੀਆਂ ਜਿਹੜੀਆਂ ਚੇਤਾਵਨੀਆਂ ਉਹ ਸਪਸ਼ਟ ਰੂਪ ਦੇ ਵਿੱਚ, ਸਿੱਧੇ ਰੂਪ ਦੇ ਵਿੱਚ ਅੱਗੇ ਲੋਕਾਂ ਤੱਕ ਨਹੀਂ ਪਹੁੰਚਾਈਆਂ ਗਈਆਂ। ਅਤੇ ਇਹ ਚਰਚਾ ਚੱਲਦੇ ਹੁਣ ਇੱਕ ਵੱਡੇ ਵਿਗਿਆਨੀ ਦੇ ਵੱਲੋਂ ਅਸਤੀਫਾ ਦੇ ਦੇਣਾ ਕਿ ਵਿਚਾਰਾਂ ਦੇ ਵਖਰੇਵਿਆਂ ਦੇ ਕਾਰਨ, ਇਹ ਜਿਹੜਾ ਨਵਾਂ ਇੱਕ ਉਭਾਰ ਹੈ, ਜਿਹੜਾ ਇਹਦੇ ਬਾਰੇ ਚਾਨਣਾ ਪਾਓ। ਹਾਂ ਬਿਲਕੁਲ, ਗੌਰਮੈਂਟ ਆਫ ਇੰਡੀਆ ਨੇ ਇੱਕ ਕਮੇਟੀ ਬਣਾਈ ਸੀ ਜਿਹੜੇ 'ਚ ਦੇਸ਼ ਦੇ ਵਿਗਿਆਨੀ ਅਤੇ ਵਿਦੇਸ਼ ਦੇ ਵਿੱਚ ਰਹਿੰਦੇ ਜਿਹੜੇ ਭਾਰਤੀ ਵਿਗਿਆਨੀ ਨੇ, ਜਿਹੜੇ ਇਹ ਕਹਿੰਦੇ ਨੇ ਅਸੀਂ ਭਾਰਤ ਦੀ ਮਦਦ ਕਰਨਾ ਚਾਹੁੰਦੇ ਹਾਂ, ਇੱਕ ਬੜੀ ਵੱਡੀ ਕਮੇਟੀ ਬਣੀ। ਅਤੇ ਉਹਦੇ ਮੁਖੀ ਸੀਗੇ ਇਹ ਜਿਹੜੇ ਵਾਇਰੋਲੋਜਿਸਟ ਨੇ, ਜਿਹੜੇ ਸ਼ਾਹਿਦ ਜਾਮੀਲ, ਲਗਾਤਾਰ ਜਿਹੜੇ ਉਹਦੇ 'ਤੇ ਖੋਜ ਕਰਦੇ ਰਹੇ ਉਹ ਵਿਗਿਆਨੀ, ਅਤੇ ਲਗਾਤਾਰ ਗੱਲ ਕਰਦੇ ਰਹੇ। ਅਤੇ ਉਹ ਇਹ ਕਹਿੰਦੇ ਰਹੇ 800 ਵਿਗਿਆਨੀਆਂ ਨੇ ਇੱਕ ਚਿੱਠੀ ਲਿਖੀ
ਚਿੱਠੀ ਲਿਖ ਕੇ ਗਵਰਨਮੈਂਟ ਨੂੰ ਇਹ ਕਿਹਾ ਕਿ ਸਾਨੂੰ ਸਹੀ ਅੰਕੜੇ ਦੱਸੋ ਤਾਂ ਕਿ ਉਹਨਾਂ ਅੰਕੜਿਆਂ ਦੇ ਆਧਾਰ ਤੇ ਅਸੀਂ ਅਗਲੀ ਯੋਜਨਾਬੰਦੀ ਤੁਹਾਨੂੰ ਦੱਸ ਸਕੀਏ ਕਿ ਸਾਨੂੰ ਕਿਹੜੀ ਚੀਜ਼ ਦੀ ਕਦੋਂ ਕਿੰਨੀ ਲੋੜ ਹੈ ਤੇ ਕਿਵੇਂ ਆਪਾਂ ਇਹਨਾਂ ਨੂੰ ਟੈਕਲ ਕਰ ਰਹੇ ਹਾਂ। ਤੇ ਉਹ ਅੰਕੜੇ ਦੇਣ ਲਈ ਕੋਈ ਤਿਆਰ ਨਹੀਂ। ਉਹ ਕਹਿੰਦੇ ਨੇ ਕਿ ਫਰਾਡ ਅੰਕੜੇ ਨੇ ਜਿਹੜੇ, ਜਦੋਂ ਅੰਕੜੇ ਸਹੀ ਨਹੀਂ ਹੋਣਗੇ ਤਾਂ ਪਾਲਿਸੀ ਸਹੀ ਬਣ ਨਹੀਂ ਸਕਦੀ ਉਹਨਾਂ ਚਿਰ, ਕਿਉਂਕਿ ਅੰਕੜਿਆਂ ਤੇ ਹੈ। ਹੁਣ ਹੋਇਆ ਇਹ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਇੱਥੇ ਕਿਸੇ ਨੇ ਨਾ ਸੁਣੀ, ਉਹਨਾਂ ਨੇ ਇੱਕ ਨਿਊਯਾਰਕ ਟਾਈਮਜ਼ ਦੇ ਵਿੱਚ, ਅਮਰੀਕਾ ਦਾ ਵੱਡਾ ਅਖਬਾਰ ਹੈ, ਸਭ ਤੋਂ ਵੱਧ ਪੜ੍ਹੇ ਜਾਣ ਵਾਲਿਆਂ 'ਚ, ਇੱਕ ਆਰਟੀਕਲ ਲਿਖਤਾ ਹੈ ਕਿ ਭਾਰਤ ਦੇ ਵਿੱਚ ਆਪਣਾ ਪੱਖ ਰੱਖਣ ਦੇ, ਕਿ ਭਾਰਤ ਦੇ ਵਿੱਚ ਜਿਹੜੇ ਪਾਲਿਸੀ ਬਣਾਉਣ ਵਾਲੇ ਲੋਕ ਨੇ, ਪਾਲਿਸੀ ਮੇਕਰ ਨੇ, ਪਾਲਿਸੀ ਮੇਕਰ ਦੇ ਵਿੱਚ ਕੌਣ ਨੇ? ਪਾਲਿਸੀ ਮੇਕਰ ਦੇ ਵਿੱਚ ਪੋਲੀਟੀਕਲ ਬਿਊਰੋਕਰੇਸੀ ਵੀ ਹੈ, ਪ੍ਰਧਾਨ ਮੰਤਰੀ ਮਿਨਿਸਟਰ ਜਾਂ ਜੋ ਵੀ ਨੇ, ਤੇ ਉਹਦੇ 'ਚ ਦੂਜੀ ਬਿਊਰੋਕਰੇਸੀ ਵੀ ਹੈ, ਜਿਹੜੇ IAS ਜਾਂ ਦੂਜੇ ਬੰਦੇ ਨੇ, ਤੇ ਉਹ 'ਚ ਨੀਤੀ ਨਿਯੋਗ ਵਾਲੇ ਇੰਟਲੈਕਚੁਅਲ ਵੀ ਨੇ, ਕਿ ਉਹ ਵਿਗਿਆਨੀਆਂ ਦੀ ਗੱਲ ਸੁਣਨ ਲਈ ਤਿਆਰ ਨਹੀਂ, ਜਾਂ ਵਿਗਿਆਨੀਆਂ ਦੀ ਰਾਏ ਮੰਨਣ ਲਈ ਤਿਆਰ ਨਹੀਂ, ਜਾਂ ਵਿਗਿਆਨੀਆਂ ਦੀ ਰਾਏ ਮੁਤਾਬਕ ਜੋ ਮਟੀਰੀਅਲ ਚਾਹੀਦਾ ਹੈ ਉਹਨੂੰ ਵੀ ਸਪਲਾਈ ਕਰਨ ਲਈ ਤਿਆਰ ਨਹੀਂ ਹੈ। ਇਸ ਕਰਕੇ ਕਰੋਨਾ ਨਾਲ ਲੜਾਈ ਜਿਹੜੀ ਹੈ ਉਹ ਭਾਰਤ ਦੇ ਵਿੱਚ ਐਡੀ ਵੱਡੀ ਪੱਧਰ 'ਤੇ ਫੈਲੀ ਹੈ। ਉਹ ਕਹਿੰਦੇ ਨੇ ਕਿ ਅਸੀਂ ਮਾਰਚ ਦੇ ਮਹੀਨੇ ਦੇ ਵਿੱਚ ਇਹਨਾਂ ਨੂੰ ਇੱਕ ਅਲਰਟ ਦਿੱਤਾ ਸੀ ਕਿ ਇਸ ਪੱਧਰ ਦੇ ਉੱਤੇ ਇੰਨਾ ਜ਼ਿਆਦਾ ਨੁਕਸਾਨ ਹੋ ਸਕਦਾ ਜੇ, ਪਰ ਇਹਨਾਂ ਨੇ ਗੌਲੀ ਨਹੀਂ। ਤੇ ਇਹਨਾਂ ਨੇ ਨਹੀਂ ਗੌਲੀ ਹੈ ਤੇ ਆਪਣੇ ਸਾਹਮਣੇ ਵੀ ਹੈ, ਇਹ ਇਲੈਕਸ਼ਨ ਲੜਦੇ ਰਹੇ ਲੱਖਾਂ ਦੀਆਂ ਰੈਲੀਆਂ ਦੇ ਵਿੱਚ ਅਪ੍ਰੈਲ ਦੇ ਮਹੀਨੇ 'ਚ ਆਉਂਦੇ, ਤੇ ਇਹ ਇੱਥੇ ਕੁੰਭ ਦੇ ਮੇਲੇ 'ਤੇ ਨਹਾਉਣ ਕਰਾਉਣ ਦੇ ਲਈ, ਇਸ਼ਨਾਨ ਕਰਾਉਣ ਦੇ ਲਈ ਉਹਨੂੰ ਉਹ ਪ੍ਰਬੰਧ ਕਰਕੇ, ਬਲਕਿ ਉਹਨਾਂ ਨੂੰ ਇਜਾਜ਼ਤ ਦਿੰਦੇ ਰਹੇ ਤੇ ਸਾਰੀਆਂ ਚੀਜ਼ਾਂ ਉਸ ਲੈਵਲ 'ਤੇ ਕਰਦੇ ਰਹੇ। ਤੇ ਇਸੇ ਕਰਕੇ ਇੱਕ ਮਾਈਂਡ ਸੈੱਟ ਦਾ ਸਵਾਲ ਹੈ। ਹੁਣ ਜਦੋਂ ਉਸ ਲੈਵਲ ਦਾ ਬਿਆਨੀ ਚਲਾ ਜਾਂਦਾ ਹੈ, ਅਸੀਂ ਕੋਈ ਉਹਦਾ ਨੋਟਿਸ ਨਹੀਂ ਲੈਂਦੇ। ਇਦੋਂ ਪਹਿਲਾਂ ਵੀ ਜਦੋਂ ਆਰਥਿਕ ਸੰਕਟ ਆ ਰਿਹਾ ਸੀ, ਰਿਜ਼ਰਵ ਬੈਂਕ ਦਾ ਦੋ ਵੱਡੇ ਅਧਿਕਾਰੀ ਚਲੇ ਗਏ, ਸਟੈਟਿਸਟੀਕਲ ਜਿਹੜੇ ਵਿਭਾਗ ਦਾ ਹੈੱਡ ਸੀ ਉਹ ਚਲਾ ਗਿਆ। ਜਦੋਂ ਐਡੇ ਐਡੇ ਬੰਦੇ ਛੱਡ ਕੇ ਜਾਂਦੇ ਨੇ, ਫਿਰ ਵੀ ਸਾਡੀ ਸਿਹਤ 'ਤੇ ਕੋਈ ਅਸਰ ਨਾ ਪੈਂਦਾ ਹੋਵੇ, ਤਾਂ ਸਾਨੂੰ ਜਾਂ ਤਾਂ ਸੋਚਣ ਲਈ ਮਜਬੂਰ ਹੋਣਾ ਚਾਹੀਦਾ ਕਿ ਕਿਉਂ ਉਹ ਬੰਦੇ ਐਡੀਆਂ ਪੋਸਟਾਂ ਛੱਡ ਕੇ, ਜਾਂ ਕਿਉਂ ਉਹ ਬੰਦੇ ਐਡੀ ਜ਼ਿੰਮੇਵਾਰੀ ਦੀ ਗੱਲ ਛੱਡ ਕੇ ਜਾ ਰਹੇ ਨੇ। ਔਰ ਜੇ ਤੁਸੀਂ ਇਹ ਵੀ ਦੇਖੋਗੇ, ਜਿੱਥੇ ਮਤਲਬ ਇਹ ਵਿਗਿਆਨੀਆਂ ਨੇ ਇਹ ਕਿਹਾ ਕਿ ਆਹ ਸਾਡੀ ਗੱਲ ਹੈ, ਉਹਦੇ ਹੇਠਾਂ ਪੜ੍ਹੋ ਕਮੈਂਟ, ਕਈ ਬੰਦੇ ਠੀਕ ਠਾਕ ਐਡੇ ਉਹ ਲਿਖ ਰਹੇ ਨੇ ਕਿ ਇਹ ਤਾਂ ਜੀ ਠੀਕ ਹੈ, ਪਹਿਲਾਂ ਹੀ ਚਲਾ ਜਾਣਾ ਚਾਹੀਦਾ ਸੀ, ਤੇ ਪਹਿਲਾਂ ਚਲਾ ਜਾਣਾ ਚਾਹੀਦਾ ਸੀ, ਕਿਉਂਕਿ ਇਹ ਤਾਂ ਦੁਨੀਆ ਪੱਧਰ 'ਤੇ ਭਾਰਤ ਨੂੰ ਬਦਨਾਮ ਕਰਨ ਵਾਲੀ ਜਿਹੜੀ ਇੱਕ ਚੌਕੜੀ ਬਣੀ ਆ, ਉਹਦਾ ਸ਼ਾਇਦ ਹਿੱਸਾ ਹੋਵੇ, ਸ਼ਾਇਦ ਉਹਨੇ ਭੇਜਿਆ ਹੋਵੇ। ਜਦੋਂ ਤੁਹਾਡਾ IT ਸੈੱਲ ਜਿਹੜਾ ਤੁਸੀਂ ਬਣਾਇਆ ਹੋਇਆ, ਉਹਨੂੰ ਕਾਊਂਟਰ ਇਸ ਤਰੀਕੇ ਨਾਲ ਕਰਨ ਲੱਗ ਜਾਊਗਾ, ਤੇ ਉਹ ਕਾਊਂਟਰ ਜਦੋਂ ਉਸ ਤਰੀਕੇ ਨਾਲ ਸਧਾਰਨ ਲੋਕਾਂ ਦੇ ਵਿੱਚ ਜਾਏਗਾ, ਤਾਂ ਸਧਾਰਨ ਲੋਕਾਂ ਦੀ ਸੋਝੀ ਵੀ ਸਵਾਲ ਕਰਨੋਂ ਬੰਦ ਕਰ ਜਾਂਦੀ ਹੈ, ਵੀ ਖਬਰ ਹੈ, ਕਨਫਿਊਜ਼ਨ ਹੋ ਜਾਂਦਾ ਵੀ ਖਬਰ ਹੈ ਵਿਗਿਆਨੀ ਐਂ ਹੋਵੇ। ਜੇ ਤੁਹਾਨੂੰ ਐਂ ਲੱਗਦਾ ਸੀ, ਤੁਹਾਡੀ ਪਹਿਲਾਂ ਇੰਟੈਲੀਜੈਂਸ ਹੋਣੀ ਹੈ, ਤੁਸੀਂ ਉਹਨੂੰ ਹੈੱਡ ਕਿਉਂ ਬਣਾਇਆ, ਬਾਕੀ ਚੀਜ਼ਾਂ ਕਿਉਂ ਕੀਤੀਆਂ? ਇਸੇ ਕਰਕੇ ਕਿ ਉਹਦਾ ਨਾਂ ਕੇਵਲ ਜਿਹੜਾ ਹੈ ਉਹ ਮੁਸਲਮ ਹੈ, ਉਹ ਐਡਾ ਵੱਡਾ ਦੇਸ਼ ਦਾ ਮਾਹਰ ਹੈ। ਤਾਂ ਫਿਰ ਅਬਦੁਲ ਕਲਾਮ ਵੀ ਮੁਸਲਮ ਸੀ, ਰਾਸ਼ਟਰਪਤੀ ਤੁਸੀਂ ਬਣਾਇਆ, ਤੇ ਬਾਕੀ ਚੀਜ਼ਾਂ ਕੀਤੀਆਂ। ਇੱਕ ਧਰਮ ਦੇ ਨਾਂ 'ਤੇ ਜੇ ਕੋਈ ਬੰਦਾ ਤੁਹਾਡੀ ਬਹੁਤ ਵੱਡੀ ਸੇਵਾ ਕਰਨਾ ਚਾਹੁੰਦਾ, ਉਹਦੇ ਖਿਲਾਫ ਤੁਸੀਂ ਜ਼ਹਿਰ ਭਰੋਗੇ, ਤਾਂ ਇਹ ਕਿਹੜੀ ਨਜ਼ਰੀਆ ਹੈ? ਮੈਨੂੰ ਲੱਗਦਾ ਕਿ ਅਜੇ ਅਪਰੋਚ ਦੇ ਪੱਧਰ 'ਤੇ, ਪਹੁੰਚ ਦੇ ਪੱਧਰ 'ਤੇ ਅਸੀਂ ਸਿਆਸੀ ਜ਼ਹਿਰ ਨਹੀਂ ਛੱਡ ਰਹੇ, ਉਹ ਜ਼ਹਿਰੀਲਾਪਣ ਨਹੀਂ ਛੱਡ ਰਹੇ। ਅਜੇ ਵੀ ਅਸੀਂ ਵਿਗਿਆਨਕ ਤਰੀਕੇ ਦੇ ਜਿਹੜੇ ਸੁਝਾਅ ਨੇ, ਵਿਗਿਆਨੀਆਂ ਦੇ ਜਿਹੜੇ ਸੁਝਾਅ ਨੇ, ਦੁਨੀਆ 'ਚ ਜਿੱਥੇ ਵੀ ਕਿਤੇ ਕਰੋਨਾ ਟੈਕਲ ਹੋਇਆ, ਜਿੱਥੇ ਵੀ ਉਹ ਦੁਨੀਆ ਹੁਣ ਲਾਕਡਾਊਨ ਖੋਲ੍ਹ ਰਹੀ ਹੈ, ਪੂਰੀਆਂ ਫਲਾਈਟਾਂ ਖੋਲ੍ਹ ਰਹੀ ਹੈ, ਉਹ ਸਾਰੀਆਂ ਆਪਣੇ ਅੰਦਰ ਕੰਮ ਕਰਾ ਰਹੀ ਹੈ। ਕਿਉਂ? ਕਿਉਂਕਿ ਉਹਨਾਂ ਨੇ ਸਭ ਤੋਂ ਬੜੀ ਗੱਲ ਇਹੀ ਕੀਤੀ ਕਿ ਆਹ ਸਾਇੰਟਿਸਟ ਨੇ, ਆਹ ਮੈਡੀਕਲ ਕਮਿਊਨਿਟੀ ਹੈ, ਜੋ ਇਹ ਦੱਸੂਗੀ ਗਵਰਨਮੈਂਟ ਉਹਦੇ ਅਕੋਰਡਿੰਗਲੀ ਕੰਮ ਕਰੇਗੀ, ਉਹਦੇ ਅਕੋਰਡਿੰਗਲੀ ਸਟੈਪ ਅਸੀਂ ਕਰਾਂਗੇ। ਸਾਡੇ ਪ੍ਰਧਾਨ ਮੰਤਰੀ ਨੇ ਅਜੇ ਵੀ ਕੋਈ ਗੱਲ ਨਹੀਂ ਕੀਤੀ, ਅਜੇ ਵੀ ਇੱਕ ਬਿਆਨ ਦਿੱਤਾ ਕਿ ਮੁੱਖ ਮੰਤਰੀ ਅੰਕੜੇ ਨਾ ਜਿੰਨੇ ਮਰਜ਼ੀ ਵੱਧ ਜਾਣ, ਉਹਨੂੰ ਛੁਪਾਉਣ ਨਾ। ਗੁਜਰਾਤ ਦਾ ਹੀ ਆਇਆ, ਦੈਨਿਕ ਭਾਸਕਰ ਦਾ ਆਇਆ ਕਿ ਗੁਜਰਾਤ ਦੇ ਵਿੱਚ ਇੱਕ ਸਟੋਰੀ ਆਈ ਹੈ ਕਿ 3000 ਤੋਂ ਵੱਧ, 2300 ਤੋਂ ਵੱਧ ਜਿਹੜੇ ਬੰਦੇ ਨੇ ਮਰੇ ਨੇ, ਤੇ ਉਹਦੇ 'ਚ ਆ ਰਿਹਾ ਕਿ 100-125 ਦਾ ਹੀ ਕੋਈ ਡਾਟਾ ਆ ਰਿਹਾ ਆਪਣੇ ਜਿਹੜਾ ਓਰੀਜਨਲ ਜੋ ਉਸ ਲੈਵਲ 'ਤੇ। ਇਸੇ ਤਰ੍ਹਾਂ ਯੂਪੀ ਦਾ, ਮੱਧ ਪ੍ਰਦੇਸ਼ ਦਾ, ਭੋਪਾਲ ਦਾ ਆਇਆ ਸੀ, ਉਦੋਂ ਇੱਕ ਸਟੋਰੀ ਸਾਹਮਣੇ ਆਈ NDTV ਦੇ ਵਿੱਚ। ਉਹ ਕਹਿ ਰਹੇ ਸੀ ਕਿ ਇੱਥੇ 4000 ਬੰਦਾ ਮਰ ਗਿਆ ਤੇ 104 ਬੰਦਿਆਂ ਦੀ ਲਿਸਟ ਆ ਰਹੀ ਹੈ, ਤੇ ਉਹਨਾਂ ਨੇ ਸ਼ਮਸ਼ਾਨ ਘਾਟਾਂ 'ਚ ਜਾ ਕੇ ਅੰਕੜੇ ਇਕੱਠੇ ਕੀਤੇ, ਕਿੰਨੇ ਬੰਦੇ ਆਏ, ਕਿੰਨੀਆਂ ਦੀਆਂ ਡੈਥ ਹੋਈਆਂ, ਕਿੰਨੀਆਂ ਮਰੀਆਂ, ਤੇ ਤੁਸੀਂ ਉਹਨੂੰ ਇਹ ਦੇਣ ਲਈ ਤਿਆਰ ਨਹੀਂ ਹੋ। ਇਸੇ ਕਰਕੇ ਜਿਹੜੇ ਇਹ ਇੱਕ ਬਚਾਉਣ ਦਾ, ਬਿਨਾਂ ਮਤਲਬ ਆਪਣੀ ਪਿੱਠ ਤਪਾਉਣ ਦਾ ਕਿ ਸਾਡੇ ਡੈਥ ਰੇਟ ਘੱਟ ਹੈ, ਅਸੀਂ ਆਪਣੇ ਆਪ ਹੀ ਦੇਖੋ ਠੀਕ ਹੋ ਰਹਾਂਗੇ, ਹਿੰਦੁਸਤਾਨੀ ਬੜੇ ਦਲੇਰ ਹੁੰਦੇ ਨੇ, ਲੜਾਈ ਦਾ ਮੁਕਾਬਲਾ ਆਪ ਹੀ ਕਰਨਗੇ, ਇਹ ਤਾਂ ਸ਼ੁਕਰ ਹੈ ਕਿ ਪਹਿਲਾਂ ਨਾਲੋਂ ਕੁਝ ਤਬਦੀਲੀ ਕੀਤੀ ਹੈ। ਪਹਿਲਾ ਸਾਲ ਤਾਂ ਇਹਨਾਂ ਨੇ ਥਾਲੀ ਵਜਾਉਣ 'ਚ, ਤਾੜੀਆਂ ਵਜਾਉਣ 'ਚ ਲੰਘਾਤਾ ਕਿ ਤੁਸੀਂ ਕਰੋਨਾ ਭੱਜੂਗਾ, ਗੋ ਕਰੋਨਾ ਗੋ। ਇਸ ਵਾਰ ਵੀ ਅਜੇ ਪਰ ਉਹ ਜਿਹੜਾ ਗਊ ਮੂਤਰ ਤੇ ਗੋਹੇ ਵਾਲਾ ਸਿਸਟਮ ਜਾਂ ਤਾਂ ਤੁਸੀਂ ਸਾਬਤ ਕਰੋ, ਤੁਸੀਂ ਵਿਗਿਆਨਕ ਤਰੀਕੇ ਨਾਲ ਵਿਗਿਆਨੀ ਦੀ ਰਾਏ ਮੰਨੋ, ਵਿਗਿਆਨਕ ਤਰੀਕੇ ਦੇ ਨਾਲ ਉਹਨੂੰ ਟੈਕਲ ਕਰਨ ਦੀ ਕੋਸ਼ਿਸ਼ ਕਰੋ, ਲੋਕਾਂ 'ਚ ਵਿਗਿਆਨਕ ਰਾਏ ਦਿਓ, ਜਾਗਰੂਕਤਾ ਦਿਓ, ਤੇ ਸਗੋਂ ਵਿਗਿਆਨੀਆਂ ਨੂੰ ਮੂਹਰੇ ਲਾਓ, ਉਹਨਾਂ ਨੂੰ ਕਹੋ ਤੁਸੀਂ ਦੱਸੋ ਲੋਕਾਂ ਨੂੰ ਸ਼ਾਇਦ ਉਹਨਾਂ 'ਤੇ ਯਕੀਨ ਵੱਧ ਹੋਊਗਾ
ਕਿ ਹਾਂ ਉਹ ਕਹਿ ਰਹੇ ਨੇ ਤੇ ਇਹ ਬੰਦੇ ਮਾਹਰ ਨੇ। ਇਹ ਨਹੀਂ ਕਰਦੇ ਤੇ ਇਸੇ ਕਰਕੇ ਵਿਗਾੜ ਸਭ ਤੋਂ ਜ਼ਿਆਦਾ ਸਾਡੀ ਪਾਲਿਸੀ ਮੇਕਰ ਦਾ ਵਿਗਾੜ ਹੈ, ਸਾਡੇ ਪੋਲੀਟੀਸ਼ੀਅਨ ਦਾ ਵਿਗਾੜ ਹੈ, ਸਾਡੇ ਕੋਲ ਜਿਹੜੇ ਤਾਕਤਵਰ ਲੋਕ ਨੇ, ਫੈਸਲਾਕੁਨ ਤਾਕਤ ਰੱਖਦੇ ਨੇ, ਉਹਨਾਂ ਦੀ ਮਾਨਸਿਕਤਾ ਦਾ ਵਿਗਾੜ ਹੈ, ਜਿਹਦੇ ਕਰਕੇ ਸਾਡੇ 'ਚ ਜ਼ਿਆਦਾ ਨੁਕਸਾਨ ਹੋ ਰਿਹਾ। ਦੋਸਤੋ, ਇਸ ਤਰ੍ਹਾਂ